सतनाम वाहेगुरु साहिब जी। सूही महला पहला सुचज्जी। जां तू तां मैं सब को, तू साहिब मेरी रास जियो। तुद अंतर हों सुख बसां, तू अंतर शाबाश जियो। जां तू तां मैं सब को, तू साहिब मेरी रास जियो। तुद अंतर हों सुख बसां, तू अंतर शाबाश जियो। भाणै तख्त बड़ाइयां, भाणै भीख उदास जियो। भाणै थल सिर सरब है, कमल फुलै आकाश जियो। भाणै भवजल लंघियै, भाणै मंझ परियास जियो। भाणै सो शो रंगला, सिफत रता गुणतास जियो। भाणै शौपी हाबला, हऊँ आवण जान मुइयास जियो। तू शोह अगम अतोलबा, हऊँ कह कह टै पयास जियो। क्या मांगूं क्या कह सुनी, मैं दर्शन भूख प्यास जियो। गुर शब्दी शो पाया, सच नानक की अरदास जियो। गुर शब्दी शो पाया, सच नानक की अरदास जियो। परम सत्कारयोग गुरु रूप गुरु प्यारी साध संगत जियो। आओ ਮਨਾਂ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਕਰੀਏ ਇਕਾਗਰ, ਕਰੀਏ ਰਸਨਾ ਪਵਿੱਤਰ ਤੇ ਬੋਲੀਏ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਹੁਣੇ ਜਿਹੜਾ ਆਪਾਂ ਸ਼ਬਦ ਸਰਵਣ ਕੀਤਾ, ਇਹ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 762 ਅੰਗ ਉੱਪਰ ਸੁਭਾਇਮਾਨ ਹੈ। ਰਾਗ ਹੈ ਸੂਹੀ। ਪਹਿਲੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਫਰਮਾਨ ਕੀਤਾ ਹੋਇਆ ਹੈ। ਕੱਲ੍ਹ ਆਪਾਂ ਵਿਚਾਰ ਕੀਤੀ ਸੀ ਕੁਚੱਜੀ ਦੀ ਅਵਸਥਾ ਦੀ। 3 ਸ਼ਬਦ ਇਹ ਲਗਾਤਾਰ ਇੱਕ ਕਨਸੈਪਟ ਦੇ ਵਿੱਚ ਹਨ। 2 ਸ਼ਬਦ ਧੰਨ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਉਚਾਰਨ ਕੀਤੇ ਹੋਏ ਹਨ ਅਤੇ ਇੱਕ ਸ਼ਬਦ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਪਹਿਲੇ ਸ਼ਬਦ ਵਿੱਚ ਸਾਨੂੰ ਸਮਝਾਇਆ ਗਿਆ ਕੁਚੱਜੀ ਦੀ ਅਵਸਥਾ, ਔਗਣਾ ਵਾਲੀ ਜੀਵ ਇਸਤਰੀ ਦੀ ਅਵਸਥਾ, ਪਰਮਾਤਮਾ ਤੋਂ ਟੁੱਟ ਕੇ ਸਾਡੇ ਨਾਲ ਕੀ ਹੁੰਦਾ ਉਹਦੀ ਅਵਸਥਾ ਵਰਣਨ ਕੀਤੀ ਗਈ ਹੈ। ਦੂਜੇ ਸ਼ਬਦ ਦੇ ਵਿੱਚ ਜਦੋਂ ਮਨੁੱਖ ਇਹ ਸਮਝ ਲੈਂਦਾ ਕਿ ਮੈਂ ਔਗਣਾ ਵਾਲਾ, ਮੈਂ ਅੰਦਰੋਂ ਦੁਖੀ ਹਾਂ, ਮੇਰਾ ਉਹ ਕਾਰਜ ਹੋਇਆ ਨਹੀਂ, ਮੇਰੀ ਦੂਰੀ ਪਰਮਾਤਮਾ ਤੋਂ ਵੱਧਦੀ ਜਾਂਦੀ ਹੈ, ਅਤੇ ਫਿਰ ਮਨੁੱਖ ਪਰਮਾਤਮਾ ਵੱਲ ਨੂੰ ਚੱਲਣ ਦੀ ਕੋਸ਼ਿਸ਼ ਕਰਦਾ, ਗੁਰੂ ਦੇ ਨਾਲ ਜੁੜਦਾ ਅਤੇ ਸੁਚੱਜੀ ਦੀ ਅਵਸਥਾ ਪ੍ਰਾਪਤ ਕਰ ਲੈਂਦਾ, ਆਪਣੇ ਆਪ ਨੂੰ ਸਵਾਰ ਲੈਂਦਾ। ਸਵਾਰ ਕੇ ਤੀਜੀ ਅਵਸਥਾ ਫਿਰ ਗੁਣਵੰਤੀ ਦੀ ਹੈ। ਅੱਜ ਆਪਾਂ ਵਿਚਾਰ ਕਰਾਂਗੇ ਸੁਚੱਜੀ ਜੀਵ ਇਸਤਰੀ
ਕੀ ਹੁੰਦੀ ਹੈ। ਕਿਉਂਕਿ ਪਹਿਲਾਂ ਕੁਚੱਜੀ ਕਿਉਂ ਹੋ ਜਾਂਦੀ ਹੈ ਜੀਵ ਇਸਤਰੀ, ਅਸੀਂ ਕਿਉਂ ਕੁਚੱਜੇ ਹੋ ਜਾਂਦੇ ਹਾਂ, ਤਾਂ ਸਾਨੂੰ ਕਾਰਨ ਸਮਝਾਇਆ ਸੀ ਕੱਲ੍ਹ ਕਿ ਸੋਇਨਾ ਰੂਪਾ ਰੰਗਲਾ ਮੋਤੀ ਤੈ ਮਾਣਕ ਜੀਓ, ਸੇ ਵਸਤੂ ਸ਼ਹਿ ਦਿੱਤੀਆਂ ਮੈਂ 300 ਲਾਇਆ ਚਿੱਤ ਜੀਓ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹੋਂ ਇੰਨੀ ਟੋਲੀ ਭੁੱਲੀ ਅਸ ਤਿਸ ਕੰਤ ਨਾ ਬੈਠੀ ਪਾਸ ਜੀਓ। ਆਹ ਕਾਰਨ ਆ ਕਿ ਉਹ ਪ੍ਰਮਾਤਮਾ ਵਾਹਿਗੁਰੂ ਨੇ ਸਰੀਰ ਦਿੱਤਾ, ਸਰੀਰਕ ਲੋੜਾਂ ਪੂਰੀਆਂ ਕਰਨ ਵਾਸਤੇ ਪਦਾਰਥ ਦਿੱਤੇ, ਗੱਡੀਆਂ ਮੋਟਰਾਂ ਬੱਚੇ ਕਾਰਾਂ ਕੋਠੀਆਂ, ਇਹ ਸਾਰਾ ਕੁਝ ਪ੍ਰਮਾਤਮਾ ਨੇ ਦਿੱਤਾ, ਵਾਹਿਗੁਰੂ ਨੇ ਦਿੱਤਾ। ਪਰ ਮੈਂ ਗੁਰੂ ਨਾਲ ਜੁੜਿਆ ਨਹੀਂ, ਮੈਂ ਅਗਿਆਨੀ ਹੋਣ ਦਾ ਕਰਕੇ ਉਹ ਦਿੱਤੀਆਂ ਹੋਈਆਂ ਵਸਤਾਂ ਦੇ ਨਾਲ ਜੁੜ ਗਿਆ, ਉਹ ਦੇਣ ਵਾਲੇ ਨਾਲ ਨਹੀਂ ਜੁੜਿਆ, ਮਟੀਰੀਅਲ ਵਰਲਡ ਦੇ ਨਾਲ ਜੁੜ ਗਿਆ, ਉਹ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਨਹੀਂ ਜੁੜਿਆ। ਆਹ ਕਾਰਨ ਕਿਉਂ ਨਹੀਂ ਜੁੜ ਹੋਇਆ ਪ੍ਰਮਾਤਮਾ ਨਾਲ, ਕਿਉਂਕਿ ਗੁਰੂ ਨਾਲ ਨਹੀਂ ਜੁੜਿਆ। ਮੈਨੂੰ ਕਿਹਾ ਸੀ ਨਾ ਗੁਰੂ ਜੀ ਨੇ, ਗੁਰ ਪਰਮੇਸ਼ਰ ਏਕੋ ਜਾਣ। ਭਾਈ ਸਿੱਖਾ, ਤੈਂ ਗੁਰੂ ਦੇ ਨਾਲ ਜੁੜ ਕੇ ਪ੍ਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਕਰਨੀ ਆ, ਉਹਨੂੰ ਅੰਦਰੋਂ ਮਹਿਸੂਸ ਕਰਨਾ। ਹੁਣ ਮੈਂ ਮਟੀਰੀਅਲ ਵਰਲਡ ਦੇ ਵਿੱਚ ਰਹਿ ਗਿਆ ਫਸ ਕੇ। ਹੁਣ ਮੈਂ ਕੁਝ ਸਮਾਂ ਦੁਨੀਆਦਾਰੀ ਤੋਂ ਬਾਹਰ, ਜਿਹੜਾ ਤਿੰਨਾਂ ਗੁਣਾਂ ਦਾ ਖੇਲ ਚੱਲ ਰਿਹਾ, ਜਿਹਦੇ 'ਚ ਕਾਰਾਂ ਕੋਠੀਆਂ ਸਾਰਾ ਬਾਹਰਲਾ ਸਾਰਾ ਕੁਝ ਹੀ ਹੈ, ਪਰ ਇਦੋਂ ਉੱਪਰ ਵੀ ਇੱਕ ਚੀਜ਼ ਹੈ। ਕਿਉਂਕਿ ਇਹ ਤਾਂ ਪਸ਼ੂ ਵੀ ਕਰਦੇ ਆ, ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ, ਇਹ ਵੀ ਸਮਝਾਇਆ। ਜਾਂ ਆਪਾਂ ਐਂ ਸਮਝ ਲਈਏ ਵੀ ਖਾਣ ਪੀਣ ਬੱਚੇ ਪੈਦਾ ਕਰਨੇ, ਇਹ ਤਾਂ ਪਸ਼ੂ ਵੀ ਕਰਦੇ ਆ। ਮਨੁੱਖ ਨੇ ਇਦੋਂ ਉੱਪਰ ਉੱਠਣਾ, ਜਿਹਨੂੰ ਚੌਥਾ ਪਦ ਕਿਹਾ ਜਾਂਦਾ, ਜਿਹਨੂੰ ਉਨਮਨ ਅਵਸਥਾ ਕਿਹਾ ਜਾਂਦਾ। ਇਹ ਤਿੰਨਾਂ ਗੁਣਾਂ ਤੋਂ ਪਾਰ ਹੋਣਾ। ਪਾਰ ਕਿਵੇਂ ਹੋਇਆ ਜਾ ਸਕਦਾ? ਗੁਰੂ ਦੇ ਲੜ ਲੱਗ ਕੇ। ਕਿਉਂਕਿ ਗੁਰੂ ਤੋਂ ਗੁਰ ਮਿਲ ਚੱਜ ਆਚਾਰ ਸਿੱਖ, ਕਰਮਾਂ ਵਾਲੇ ਆ, ਭਾਗਾਂ ਵਾਲੇ ਆ। ਭਾਈ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰਬਾਣੀ ਨੂੰ ਪੜ੍ਹਨ ਸੁਣਨ ਸਮਝਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਆਓ ਮਨ ਬਿਰਤੀਆਂ ਬਿਲਕੁਲ ਇਕਾਗਰ ਕਰਕੇ ਆਪਾਂ ਕੁਚੱਜੀ ਤੋਂ ਸੁਚੱਜੀ ਬਣਨ ਦੀ ਕੋਸ਼ਿਸ਼ ਕਰਨੀ ਹੈ। ਕੁਚੱਜੇ ਆਪਾਂ ਹੈਗੇ ਹੀ ਹਾਂ, ਔਗਣਾਂ ਵਾਲੇ ਹੈਗੇ ਹੀ ਹਾਂ, ਬੁਰੇ ਅਸੀਂ ਹੈਗੇ ਹੀ ਹਾਂ, ਮਨਮੁਖ ਅਸੀਂ ਹੈਗੇ ਹੀ ਹਾਂ। ਅਸੀਂ ਚੱਜ ਦੇ ਬਣਨਾ, ਅਸੀਂ ਗੁਰਮੁਖ ਬਣਨਾ, ਅਸੀਂ ਚੰਗੇ ਇਨਸਾਨ ਬਣਨਾ, ਅਤੇ ਇੱਧਰ ਨੂੰ ਆਪਾਂ ਇਹ ਆਤਮਿਕ ਸਫ਼ਰ ਕਰਨਾ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਅੱਜ ਸਾਨੂੰ ਕੀ ਸਮਝਾ ਰਹੇ ਹਨ। ਸੂਹੀ ਮਹੱਲਾ ਪਹਿਲਾ ਸੁਚੱਜੀ। ਸੂਹੀ ਰਾਗ ਪਹਿਲੇ ਪਾਤਸ਼ਾਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਫਰਮਾਨ ਕੀਤਾ ਹੋਇਆ ਇਹ ਪਵਿੱਤਰ ਸ਼ਬਦ ਸੁਚੱਜੀ ਦੀ ਅਵਸਥਾ ਦੱਸੀ ਜਾ ਰਹੀ ਹੈ। ਜਾਂ ਤੂੰ ਤਾਂ ਮੈਂ ਸਭ ਕੋ। ਪਹਿਲੀ ਗੱਲ ਹੀ ਹੈ, ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਦੋ ਅਵਸਥਾਵਾਂ ਮਨੁੱਖ ਦੀਆਂ, ਜਾਂ ਤਾਂ ਸੰਸਾਰ ਨਾਲ ਜੁੜ ਜਾਵੇ ਆਪਦੀਆਂ ਸੁਰਤੀਆਂ ਬਿਰਤੀਆਂ ਪੂਰੀਆਂ, ਅਤੇ ਜੇ ਗੁਰੂ ਨਾਲ ਜੁੜ ਗਿਆ ਤਾਂ ਫਿਰ ਨਿਰੰਕਾਰ ਨਾਲ ਜੁੜਿਆ ਜਾ ਸਕਦਾ। ਸਾਡੇ ਅੰਦਰ ਨੂੰ ਚਲਿਆ ਗਿਆ ਮਨ ਤਾਂ ਆਤਮਾ ਨਾਲ ਜੁੜ ਗਿਆ, ਪ੍ਰਮਾਤਮਾ ਨਾਲ ਜੁੜ ਗਿਆ। ਜੇ ਬਾਹਰ ਨੂੰ ਚਲਿਆ ਗਿਆ ਤਾਂ ਸਰੀਰ ਨਾਲ ਜੁੜ ਗਿਆ, ਸਰੀਰਕ ਕੰਮਾਂ ਦੇ ਨਾਲ ਜੁੜ ਗਿਆ। ਜਾਂ ਤੂੰ ਤਾਂ ਮੈਂ ਸਭ ਕੋ। ਗੁਰੂ ਬਾਬਾ ਜੀ ਸਮਝਾ ਰਹੇ ਹਨ, ਹੇ ਪ੍ਰਮਾਤਮਾ, ਹੇ ਵਾਹਿਗੁਰੂ, ਜੇ ਤੂੰ ਮੇਰੇ ਅੰਦਰ, ਦੇਖੋ ਇੱਕ ਗੱਲ ਧਿਆਨ ਰੱਖਣੀ ਹੈ ਸਾਰਿਆਂ ਦੇ ਅੰਦਰ ਹੀ ਹੈ ਪ੍ਰਮਾਤਮਾ। ਵਾਹਿਗੁਰੂ ਸਾਰਿਆਂ ਨੂੰ ਰੋਜੀ ਰੋਟੀ ਦੇ ਰਿਹਾ। ਜਿੰਨਾ ਸਮਾਂ ਮੰਨ ਲਓ 50 ਜਾਂ 70 ਸਾਲ ਦਾ ਸਮਾਂ ਮਿਲ ਗਿਆ, ਉਹਨਾਂ ਚਿਰ ਉਹ ਪ੍ਰਮਾਤਮਾ ਵਾਹਿਗੁਰੂ ਨੇ ਤੁਹਾਨੂੰ ਸਾਰਾ ਕੁਝ ਲੋੜਾਂ ਪੂਰੀਆਂ ਕਰੀ ਜਾਣੀਆਂ। ਉਹਦੇ ਬਦਲੇ 'ਚ ਤੁਸੀਂ ਕੀ ਕਰਦੇ ਹੋ, ਕੈਸਾ ਜੀਵਨ ਬਤੀਤ ਕਰਦੇ ਹੋ, ਤੁਹਾਡਾ ਲੇਖਾ ਜਿਹੜਾ ਅੰਦਰ ਬਣੀ ਜਾਂਦਾ। ਜਿਸ ਤਰ੍ਹਾਂ ਬੱਚਾ ਪੜ੍ਹ ਕੇ ਪੇਪਰ ਕਰ ਦਿੰਦਾ, ਪੇਪਰ ਉਹ ਲਿਖਿਆ ਗਿਆ, ਹੁਣ ਪੇਪਰ ਦੇ ਅਨੁਸਾਰ ਹੀ ਉਹਨੂੰ ਨੰਬਰ ਪ੍ਰਾਪਤ ਹੋਣਗੇ। ਅਤੇ ਬੱਚਾ ਪਰ ਕੀ ਕਰਦਾ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ, ਬਾਹਰਲਾ ਇਹ ਸਿਸਟਮ
ਚੱਲ ਜਾਂਦਾ। ਇਹੀ ਆਪਾਂ ਅੰਦਰ ਚਲਾਉਣ ਨੂੰ ਫਿਰਦੇ ਹਾਂ, ਪਰ ਅੰਦਰ ਤੇ ਬਾਹਰ ਦਾ ਫਰਕ ਆ। ਬਾਹਰਲਾ ਜਦੋਂ ਪੇਪਰ ਦੇ ਕੇ ਬੱਚਾ ਚੱਲ ਜਾਂਦਾ, ਜਦੋਂ ਪਤਾ ਲੱਗ ਜਾਂਦਾ ਮੇਰਾ ਪੇਪਰ ਠੀਕ ਨਹੀਂ ਹੋਇਆ, ਫਿਰ ਬੰਦੇ ਭਾਲਦਾ ਫਿਰਦਾ, ਰਿਸ਼ਵਤਾਂ ਦਿੰਦਾ, ਫਿਰ ਉਹ ਰਿਸ਼ਵਤਾਂ ਵਾਲੇ ਵੀ ਪ੍ਰਗਟ ਹੋ ਜਾਂਦੇ ਆ ਵੀ ਮੈਂ ਕਰਾ ਦੂੰ, ਮੈਂ ਕਰਾ ਦੂੰ। ਹੁਣ ਬਾਹਰਲਾ ਤਾਂ ਹੋ ਸਕਦਾ ਹੋ ਜਾਂਦਾ ਹੋਵੇ, ਪਰ ਅੰਦਰਲਾ ਜਿਹੜਾ ਪੇਪਰ ਮਨੁੱਖ ਨੇ ਆਪ ਕਰ ਲਿਆ, ਜਿਹੜੇ ਕਰਮ ਮਨੁੱਖ ਨੇ ਆਪ ਕਰ ਲਏ, ਉਹ ਸਿਫਾਰਸ਼ਾਂ ਦੇ ਨਾਲ, ਕਰਮ ਕਾਂਡਾਂ ਦੇ ਨਾਲ ਧੋਤੇ ਨਹੀਂ ਜਾ ਸਕਦੇ। ਗੁਰੂ ਦੇ ਨਾਲ ਮਿਲ ਕੇ, ਜੁੜ ਕੇ, ਪਛਤਾਵਾ ਕਰਕੇ, ਉਹ ਜੀਵਨ ਆਪਣਾ ਪੁਰਾਣਾ ਖਤਮ ਕਰਕੇ ਸਤਿਗੁਰ ਕੇ ਜਨਮੈ ਗਵਨ ਮਟਾਇਆ ਵਾਲਾ ਜੀਵਨ ਪ੍ਰਾਪਤ ਕਰ ਸਕਦਾ ਮਨੁੱਖ। ਪਰ ਗੁਰੂ ਤੋਂ ਬਿਨਾਂ ਨਹੀਂ, ਗੁਰੂ ਨਾਲ ਜੁੜਨ ਤੋਂ ਬਿਨਾਂ ਨਹੀਂ ਇਹ ਕਾਰਜ ਹੋ ਸਕਦਾ ਅੰਦਰਲਾ। ਜਾਂ ਤੂੰ ਤਾਂ ਮੈਂ ਸਭ ਕੋ, ਹੇ ਵਾਹਿਗੁਰੂ ਤੂੰ ਮੇਰੇ ਅੰਦਰ ਪ੍ਰਗਟ ਆ, ਤੂੰ ਮੇਰੇ ਅੰਦਰ ਗੁਣਾਂ ਦੇ ਰੂਪ ਦੇ ਵਿੱਚ ਪ੍ਰਗਟ ਆ, ਤਾਂ ਮੈਂ ਸਭ ਕੋ, ਮੈਂ ਭੁੱਖਾ ਵੀ ਰੱਜਿਆ ਹੋਇਆ, ਮੈਨੂੰ ਮਟੀਰੀਅਲ ਵਰਲਡ ਦੀ ਲੋੜ ਨਹੀਂ ਹੈ। ਭੁੱਖਿਆਂ ਭੁੱਖ ਨਾ ਉਤਰੈ, ਜੇ ਬੰਨਾ ਪੁਰੀਆਂ ਭਾਰ। ਭੁੱਖੇ ਦੀ ਭੁੱਖ ਨਹੀਂ ਉਤਰ ਸਕਦੀ, ਜਿੰਨਾ ਮਰਜ਼ੀ ਸਮਾਨ ਮਿਲ ਜਾਵੇ, ਪੁਰੀਆਂ ਦੇ ਭਾਰ ਵੀ ਉਹਨਾਂ ਨੂੰ ਮਿਲ ਜਾਣ, ਇੰਨਾ ਮਟੀਰੀਅਲ ਵਰਲਡ ਮਿਲ ਜਾਵੇ, ਜੇ ਮਨ ਭੁੱਖਾ ਨਾ ਰੱਜ ਨਹੀਂ ਸਕਦਾ, ਆਨੰਦ ਨਹੀਂ ਲੈ ਸਕਦਾ। ਪਰ ਜੇ ਮਨ ਰੱਜਿਆ, ਅੰਦਰੋਂ ਰੱਜਿਆ ਮਨੁੱਖ ਆ, ਤਾਂ ਕੁਝ ਵੀ ਨਾ ਹੋਵੇ, ਕੁਦਰਤ ਤਾਂ ਹੈ, ਨਜ਼ਾਰੇ ਤਾਂ ਹੈ, ਸਰੀਰ ਤਾਂ ਹੈ, ਰੋਟੀ ਤਾਂ ਉਹ ਦੇ ਹੀ ਦਿੰਦਾ ਵਾਹਿਗੁਰੂ ਪ੍ਰਮਾਤਮਾ, ਅਤੇ ਉਹਦੇ ਵਿੱਚ ਹੀ ਸ਼ੁਕਰਗੁਜ਼ਾਰ ਹੋ ਜਾਂਦੇ ਆ ਅਤੇ ਆਪਣੇ ਜੀਵਨ ਦਾ ਆਨੰਦ ਮਾਣ ਕੇ ਜਾਂਦੇ ਆ। ਪਰ ਆਪਣਾ ਲੇਖਾ ਇਹ ਧਿਆਨ ਰੱਖਣਾ ਵਾ ਆਪਣੇ ਆਪ 'ਤੇ ਪੂਰਾ ਚੌਕਸ ਰਹਿਣਾ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇਖ। ਆਪਣਾ ਲੇਖਾ ਦੇਖ, ਅੰਦਰ ਕੀ ਬਣੀ ਜਾਂਦਾ, ਕੀ ਹੋਇਆ ਪਿਆ, ਇਹ ਸਮਝਾਇਆ ਜਾ ਰਿਹਾ ਸਾਨੂੰ। ਪਹਿਲਾ ਨੁਕਤਾ ਇਹ ਹੈ ਵੀ ਮੈਂ ਤੋਂ ਤੂੰ ਹੋ ਜਾਣਾ, ਇਹ ਐਡੀ ਛੇਤੀ ਨਹੀਂ ਹੁੰਦਾ, ਇਹ ਗੁਰੂ ਲੜ ਲੱਗ ਕੇ ਹੁੰਦਾ। ਸਾਨੂੰ ਬਾਕੀ ਸਮੇਂ 'ਚੋਂ, ਮਟੀਰੀਅਲ ਵਰਲਡ 'ਚੋਂ, ਬਾਹਰਲੀ ਦੁਨੀਆ 'ਚੋਂ ਨਿਕਲ ਕੇ ਕੁਝ ਨਾ ਕੁਝ ਸਮਾਂ, ਘੰਟਾ, ਡੇਢ ਘੰਟਾ, 2 ਘੰਟੇ ਸਵੇਰੇ, 2 ਘੰਟੇ ਸ਼ਾਮ, ਚਲੋ ਜਿੰਨਾ ਵੀ ਹੋ ਸਕਦਾ ਆਪਾਂ ਕਹਿ ਲਈਏ ਬਈ ਇਹ ਸਭ ਕਾਸੇ ਤੋਂ ਬਾਹਰ ਗਿਆਨ, ਸਿਰਫ ਤੇ ਸਿਰਫ ਮੈਂ ਗਿਆਨ ਲੈਣਾ। ਗੁਰੂ ਜੀ ਮੈਨੂੰ ਸਮਝਾਓ, ਮੈਂ ਅਕਲ ਲੈਣੀ ਹੈ। ਜਿਵੇਂ ਆਪਾਂ ਕਹਿ ਲਈਏ ਵੀ ਕਲਾਸ ਲੱਗਦੀ ਹੁੰਦੀ ਹੈ, ਬਾਕੀ ਦੇ ਕੰਮ ਵੀ ਜ਼ਰੂਰੀ ਹੁੰਦੇ ਆ ਸਕੂਲ ਦੇ ਵਿੱਚ, ਪਰ ਸਭ ਤੋਂ ਜ਼ਰੂਰੀ ਕੀ ਹੁੰਦਾ, ਟੀਚਰ ਦਾ ਲੈਕਚਰ ਸੁਣਨਾ। ਸੋ ਇਸੇ ਤਰ੍ਹਾਂ ਹੀ ਸਾਡੇ ਬਾਕੀ ਦੇ ਕੰਮ ਵੀ ਜ਼ਰੂਰੀ ਹੈ, ਸਭ ਤੋਂ ਜ਼ਰੂਰੀ ਹੈ ਗੁਰੂ ਦੇ ਬਚਨ ਸਰਵਣ ਕਰਨਾ। ਸੋ ਗੁਰੂ ਪਾਤਸ਼ਾਹ ਜੀ ਸਮਝਾ ਰਹੇ ਹਨ, ਸੂਹੀ ਮਹੱਲਾ ਪਹਿਲਾ ਸੁਚੱਜੀ, ਜਾਂ ਤੂੰ ਤਾਂ ਮੈਂ ਸਭ ਕੋ, ਤੂੰ ਸਾਹਿਬ ਮੇਰੀ ਰਾਸ ਜੀਓ। ਹੇ ਵਾਹਿਗੁਰੂ, ਹੇ ਸੱਚੇ ਪਾਤਸ਼ਾਹ, ਤੇਰੇ ਬਿਨਾ ਮੈਂ ਕਾਸੇ ਜੋਗਾ ਨਹੀਂ ਹਾਂ। ਹੇ ਸਾਹਿਬ, ਹੇ ਮੇਰੇ ਮਾਲਕ, ਤੂੰ ਮੇਰੀ ਰਾਸ ਪੂੰਜੀ ਆ। ਤੁਧ ਅੰਤਰ ਹਉ ਸੁਖ ਵਸਾਂ, ਤੂੰ ਅੰਤਰ ਸ਼ਾਬਾਸ਼ ਜੀਓ। ਤੁਧ ਅੰਤਰ ਹਉ ਸੁਖ ਵਸਾਂ। ਇੱਥੇ ਹੁਣ ਇੱਕ ਉਦਾਹਰਨ ਲਈਏ, ਜਿਵੇਂ ਮੱਛੀ ਸਾਰੀ ਉਮਰ ਸਮੁੰਦਰ ਦੇ ਵਿੱਚ ਰਹੇ ਤਾਂ ਠੀਕ ਆ, ਉਹਦਾ ਖਾਣਾ ਪਾਣੀ ਚੱਲ ਸਕਦਾ, ਪਰ ਜੇ ਉਹ ਅਗਿਆਨਤਾ ਦੇ ਵੱਸ ਹੋ ਕੇ ਬਾਹਰਲੇ ਭੋਜਨ ਨੂੰ ਪੈਂਦੀ ਹੈ ਤਾਂ ਉਹ ਫਸ ਜਾਂਦੀ ਹੈ। ਇਸੇ ਤਰ੍ਹਾਂ ਇਹ ਸਿੱਖਾ ਤੇਰੀ ਜ਼ਿੰਦਗੀ, ਜੇ ਤੂੰ ਗੁਰਬਾਣੀ ਦੇ ਗਿਆਨ ਦੇ ਮੁਤਾਬਕ ਚੱਲੇਗਾ ਤਾਂ ਠੀਕ ਆ, ਸਾਰਾ ਕੁਝ ਠੀਕ ਆ। ਜੇ ਗੁਰਬਾਣੀ ਦੇ ਗਿਆਨ ਤੋਂ ਪਰੇ ਹੋ ਗਿਆ, ਬਾਹਰਲੇ ਭੋਜਨ ਨੂੰ ਪੈ ਗਿਆ, ਤੇ ਫਿਰ ਤੂੰ ਫਸ ਜਾਣਾ। ਤੁਧ ਅੰਤਰ ਹਉ ਸੁਖ ਵਸਾਂ। ਹੇ ਪ੍ਰਮਾਤਮਾ, ਹੇ ਵਾਹਿਗੁਰੂ, ਤੇਰੇ ਨਾਲ ਜੁੜ ਕੇ ਜੀਵ ਇਸਤਰੀ ਜਾਂ ਮੈਂ ਸੁਖਾਂ ਦੇ ਵਿੱਚ ਵਸ ਸਕਦਾ ਹਾਂ, ਜਾਂ ਮਨੁੱਖ ਦਾ ਸੁਖਾਂ ਦੇ ਵਿੱਚ ਵਾਸਾ ਹੋ ਸਕਦਾ। ਤੂੰ ਅੰਤਰ ਸ਼ਾਬਾਸ਼ ਜੀਓ। ਜੇ ਤੂੰ ਅੰਦਰ ਪ੍ਰਗਟ ਹੋ ਗਿਆ ਗੁਰੂ ਦੇ ਰਾਹੀਂ, ਜਿਨ੍ਹਾਂ ਨੇ ਪ੍ਰਗਟ ਕਰ ਲਿਆ, ਜਿਹੜੇ ਗੁਣ ਵਾਲੇ ਹੋ ਗਏ, ਜਿਹੜੇ ਗਿਆਨਵਾਨ ਹੋ ਗਏ, ਉਹਨਾਂ ਨੂੰ ਫਿਰ ਅੰਦਰੋਂ ਸ਼ਾਬਾਸ਼ ਮਿਲਦੀ ਹੈ। ਤੁਧ ਅੰਤਰ ਹਉ ਸੁਖ ਵਸਾਂ, ਮੈਂ ਸੁਖੀ ਵਸਦੀ ਹਾਂ। ਤੁਧ ਅੰਤਰ, ਤੂੰ ਅੰਦਰ ਆ ਤਾਂ ਮੈਂ ਸ਼ਾਬਾਸ਼ੇ ਮਿਲਦੀ ਆ। ਮੈਨੂੰ ਚੰਗੇ ਕੰਮ ਕਰਦਾ ਮੈਂ ਤਾਂ ਪ੍ਰਮਾਤਮਾ ਵਾਹਿਗੁਰੂ ਵੱਲੋਂ ਮੈਨੂੰ ਸ਼ਾਬਾਸ਼ੇ ਮਿਲਦੀ ਹੈ। ਭਾਣੈ ਤਖਤ ਵਡਾਈਆਂ, ਭਾਣੈ ਭੀਖ ਉਦਾਸ ਜੀਓ। ਉਹ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਚੱਲ ਰਿਹਾ,
ਉਹਦੇ ਭਾਣੇ ਦੇ ਵਿੱਚ ਹੀ ਸਾਰਾ ਕੁਝ ਚੱਲ ਰਿਹਾ। ਉਹਦੇ ਹੁਕਮ ਨੂੰ ਸਮਝਣਾ, ਉਹਦੇ ਭਾਣੇ ਨੂੰ ਸਮਝਣਾ ਹੀ ਸਭ ਤੋਂ ਵੱਡੀ ਗੱਲ ਆ। ਉਹਦਾ ਭਾਣਾ ਤੇ ਉਹਦਾ ਹੁਕਮ ਹੀ ਸਾਰਾ ਗੁਰਬਾਣੀ ਦੇ ਵਿੱਚ ਸਮਝਾਇਆ ਹੋਇਆ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹੈ ਨਾ ਕੋਈ। ਹਉਮੈ ਤੋਂ ਬਿਨਾ ਹੁਕਮ ਨਹੀਂ ਬੁੱਝਿਆ ਜਾ ਸਕਦਾ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਏ। ਹੁਣ ਜੇ ਤਾਂ ਗੁਰੂ ਨਾਲ ਜੁੜ ਕੇ ਇੱਧਰਲੇ ਰਸਤੇ ਤੇ ਚੱਲ ਪਿਆ ਤਾਂ ਤਖਤ ਵਡਾਈਆਂ, ਤੇ ਨਹੀਂ ਤਾਂ ਫਿਰ ਦੁੱਖ ਤਾਂ ਹੈਗੇ ਹੀ ਹੈ। ਭਾਣਾ ਉਹਦੇ ਹੁਕਮ ਦੇ ਵਿੱਚ ਹੀ, ਮਨਮੁਖ ਆ ਉਹਦੇ ਹੁਕਮ ਦੇ ਵਿੱਚ ਹੀ ਗੁਰਮੁਖ ਰਹਿ ਰਹੇ ਆ। ਸਾਰਿਆਂ ਨੂੰ ਉਹੀ ਹਵਾ ਪਾਣੀ ਮਿਲ ਰਿਹਾ। ਉਸੇ ਤਰ੍ਹਾਂ ਸਰੀਰੋਂ ਪਰਮਾਤਮਾ ਵਾਲੇ ਪੱਖ ਤੋਂ ਕੁਛ ਵੀ ਨਹੀਂ ਫਰਕ ਪੈਂਦਾ ਮਨਮੁਖ ਨੂੰ ਤੇ ਗੁਰਮੁਖ ਨੂੰ, ਸਾਰੀਆਂ ਦਾਤਾਂ ਉਹੀ ਮਿਲਦੀਆਂ। ਪਰ ਜਿਹੜਾ ਗੁਰੂ ਨਾਲ ਜੁੜ ਕੇ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹੋ ਜਾਂਦਾ, ਉਹ ਆਨੰਦ ਲੈ ਜਾਂਦਾ, ਉਹ ਤਖਤ ਤੇ ਬਹਿ ਜਾਂਦਾ। ਜਿਹੜਾ ਅਗਿਆਨੀ ਰਹਿ ਜਾਂਦਾ, ਗੁਰੂ ਨਾਲ ਨਹੀਂ ਜੁੜਦਾ, ਉਹ ਫਿਰ ਦੁੱਖਾਂ 'ਚ ਆਪਣਾ ਸਮਾਂ ਬਤੀਤ ਕਰਕੇ ਜਾਂਦਾ। ਭਾਣਾ ਹੁਕਮ ਦੇ ਵਿੱਚ ਤਖਤ ਵਡਿਆਈਆਂ, ਤਖਤ ਵਡਾਈਆਂ, ਤਖਤਾਂ ਦੀਆਂ ਵਡਿਆਈਆਂ ਉਹਦੇ ਹੁਕਮ ਦੇ ਵਿੱਚ ਜੇ ਜੀਵ ਚੱਲ ਪਵੇ। ਆ ਸਾਰੀ ਗੁਰਬਾਣੀ ਹੁਕਮ ਹੀ ਹੈ। ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸਤਿਗੁਰੂ ਤੋਂ ਬੁੱਝਣਾ ਨਾਮ ਕੀ ਹੈ? ਉਹਦਾ ਹੁਕਮ। ਜਿਹੜਾ ਨਾਮੀ ਬਣ ਗਿਆ, ਉਹਦੇ ਹੁਕਮ 'ਚ ਆ ਗਿਆ, ਉਹਦੇ ਭਾਣੇ 'ਚ ਆ ਗਿਆ। ਹੁਣ ਜਿਹੜਾ ਗੁਰੂ ਦੇ ਮੁਤਾਬਕ ਚੱਲੂ, ਉਹਨੂੰ ਤਾਂ ਵਡਿਆਈਆਂ, ਤੇ ਜਿਹੜਾ ਸਿੱਖ ਗੁਰੂ ਤੋਂ ਉਲਟ ਚੱਲੂ, ਉਹ ਤਾਂ ਫਿਰ ਦੁੱਖ ਹੈਗੇ ਹੀ ਹੈਗੇ ਆ। ਭਾਣਾ ਤਖਤ ਵਡਾਈਆਂ, ਭਾਣਾ ਭੀਖ ਉਦਾਸ ਜੀਓ। ਜੇ ਤਾਂ ਜੁੜ ਗਿਆ ਗੁਰੂ ਨਾਲ, ਫਿਰ ਤਾਂ ਕੀ ਬਣ ਗਿਆ? ਦੇਵਤਾ। ਬਲਿਹਾਰੀ ਗੁਰ ਆਪਣਾ ਦਿਵਹਾੜੀ ਸਦ ਬਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਬਾਰ। ਫਿਰ ਤਾਂ ਉਹ ਬਣ ਗਿਆ ਕੁਝ ਨਾ ਕੁਝ ਦੇਣ ਵਾਲਾ। ਉਹਦੇ ਅੰਦਰ ਗੁਣ ਪੈਦਾ ਹੋ ਗਏ। ਗੁਣਾਂ ਦੇ ਅਨੁਸਾਰ ਉਹ ਸਮਾਜ ਦੀ ਸੇਵਾ ਕਰਨ ਵਾਲਾ ਹੋ ਗਿਆ, ਦੇਵਤਾ ਬਣ ਗਿਆ, ਦੇਣ ਵਾਲਾ ਹੋ ਗਿਆ। ਜੇ ਨਾ ਗੁਰੂ ਦੇ ਨਾਲ ਜੁੜਿਆ, ਨਾ ਦੇਵਤੇ ਵਾਲੀ ਅਵਸਥਾ ਬਣੀ, ਫਿਰ ਸਾਰੀ ਉਮਰ ਲੈਣ ਵਾਲਾ, ਭੀਖ ਹੀ ਮੰਗਦਾ ਰਹੂ। ਇੱਧਰੋਂ ਵੀ, ਇੱਧਰੋਂ ਵੀ, ਇੱਧਰੋਂ ਵੀ, ਇੱਧਰੋਂ ਵੀ ਮੈਨੂੰ ਮਿਲ ਜੇ, ਆਹ ਵੀ ਮਿਲ ਜੇ, ਆਹ ਵੀ ਮਿਲ ਜੇ। ਭਾਵ ਰੱਜਦਾ ਨਹੀਂ ਮਨੁੱਖ। ਅੰਦਰ ਆਤਮਾ ਜਿਹੜੀ ਹੈ ਉਹ ਆਤਮਿਕ ਗਿਆਨ ਨਾਲ, ਗੁਰੂ ਨਾਲ ਜੁੜ ਕੇ ਰੱਜਦੀ ਆ। ਉਹਦੇ ਭਾਣੇ 'ਚ ਹੀ ਸਾਰਾ ਕੁਝ, ਇਹ ਦੋਨੋਂ ਕੁਝ ਹੋ ਰਹੇ ਆ ਭਾਈ। ਤੇ ਭਾਣਾ ਭੀਖ ਉਦਾਸ ਜੀਓ। ਭਾਣੇ 'ਚ ਹੀ ਗੁਰੂ ਨਾਲ ਨਹੀਂ ਜੁੜਦੇ ਤਾਂ ਭੀਖ ਮੰਗਣ ਵਾਲਾ ਤੇ ਉਦਾਸ, ਉਦਾਸਿਆ ਚਿਹਰਾ, ਉਦਾਸੀਆਂ ਦੁੱਖਾਂ ਤਕਲੀਫਾਂ 'ਚ ਬੰਦਾ ਜ਼ਿੰਦਗੀ ਕੱਢ ਕੇ ਜਾਂਦਾ ਮੁਰਝਾਈ ਹੋਈ। ਤੇ ਜਿਹੜੇ ਗੁਰਮੁਖ ਆ, ਉਹ ਨਾਨਕ ਭਗਤਾਂ ਸਦਾ ਵਿਗਾਸ ਵਾਲੀ ਜ਼ਿੰਦਗੀ ਕੱਢ ਕੇ ਜਾਂਦੇ ਆ। ਭਾਣਾ ਥਲ ਸਿਰ ਸਰਬ ਹੈ, ਕਮਲ ਫੁੱਲੈ ਆਕਾਸ਼ ਜੀਓ। ਉਹਦੇ ਭਾਣੇ ਦੇ ਵਿੱਚ ਹੀ ਥਲ ਸਿਰ ਸਰ ਬਹੈ। ਥਲ ਹੁੰਦਾ ਮਾਰੂ ਥਲ, ਆਪਾਂ ਕਹਿ ਲਈਏ ਸਿਰ, ਮਾਰੂ ਥਲ ਤੋਂ ਸਰ ਸਮੁੰਦਰ ਬਹੈ। ਸਰ ਹੁੰਦਾ ਸਮੁੰਦਰ, ਮਾਰੂ ਥਲ ਤੋਂ ਸਮੁੰਦਰ ਬਣ ਜਾਂਦਾ ਉਹਦੇ ਭਾਣੇ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਹੋ ਸਕਦਾ। ਹੁਣ ਇਹ ਸਮਝਾਇਆ ਸਾਨੂੰ ਜਾ ਰਿਹਾ। ਮਾਰੂ ਥਲ ਤੇ ਸਮੁੰਦਰ ਦੀ ਉਦਾਹਰਨ ਆ। ਹੁਣ ਮੇਰਾ ਮਨ ਮਾਰੂਥਲ ਬਣਿਆ ਹੋਇਆ ਤੇ ਇਹ ਸਮੁੰਦਰ ਬਣ ਸਕਦਾ, ਗੁਣਾਂ ਦਾ ਸਮੁੰਦਰ ਬਣ ਸਕਦਾ। ਵਹਿ ਕਮਲ ਫੁੱਲੈ ਆਕਾਸ਼ ਜੀਓ। ਕਮਲ ਦਾ ਫੁੱਲ ਆ ਜਿਹੜਾ, ਇਹ ਆਕਾਸ਼ ਦੇ ਵਿੱਚ ਫੁੱਲ ਸਕਦਾ। ਕਮਲ ਦਾ ਫੁੱਲ ਕੀ ਹੈ? ਨਿਰਲੇਪ ਹੋ ਜਾਣਾ। ਉਹਦੀ ਜੜ ਚਿੱਕੜ ਦੇ ਵਿੱਚ ਆ, ਚਿੱਕੜ ਦੇ ਵਿੱਚ ਨਿਰਲੇਪ ਰਹਿੰਦਾ ਕਮਲ ਦਾ ਫੁੱਲ। ਇਸੇ ਤਰ੍ਹਾਂ ਇੱਕ ਸਿੱਖ ਦੀ ਅਵਸਥਾ ਹੋਣੀ ਚਾਹੀਦੀ ਹੈ। ਗੁਰੂ ਬਾਬਾ ਜੀ ਸਮਝਾ ਰਹੇ ਹਨ, ਇੱਕ ਧਰਮੀ ਦੀ ਅਵਸਥਾ, ਉਹ ਰਹਿੰਦਾ ਇਸ ਦੁਨੀਆ ਦੇ ਵਿੱਚ ਹੀ ਹੈ, ਪਰ ਆਤਮਿਕ ਤੌਰ ਤੇ ਉਹ ਕਮਲ ਦੇ ਫੁੱਲ ਵਾਂਗੂ ਆਕਾਸ਼ ਦੇ ਵਿੱਚ ਰਹਿੰਦਾ, ਜਾਂ ਚੌਥੇ ਪਦ 'ਚ ਰਹਿੰਦਾ। ਇਹਨੂੰ ਖੁੱਲ੍ਹ ਜਾਣਾ, ਦਿਮਾਗ ਸਾਡਾ ਜਕੜਿਆ ਹੋਇਆ, ਗੁਰੂ ਨੇ ਖੋਲ ਦੇਣਾ, ਕਮਲ ਫੁੱਲਣਾ। ਇਹ ਹਰ ਇੱਕ ਦੇ ਅੰਦਰ ਕਮਲ ਫੁੱਲ ਆ ਗੁਰਮੁਖ ਪਿਆਰਿਓ। ਜੇ ਕਿਤੇ ਗੁਰਬਾਣੀ ਨਾਲ ਜੁੜ ਜਾਈਏ ਨਾ, ਜੇ ਗੁਰੂ ਨਾਲ ਜੁੜ ਜਾਈਏ, ਫੁੱਲ ਪ੍ਰਗਟ ਹੋ ਜਾਣਾ। ਇਹਨੂੰ ਹੀ ਕਹਿੰਦੇ ਆ ਵੀ ਨਾਨਕ ਭਗਤਾਂ ਸਦਾ ਵਿਗਾਸ। ਇੱਕ ਕਾਮਨ ਸੈਂਸ ਬਣ ਜਾਣੀ ਹੈ। ਜਿਹੜੇ ਮਰਜ਼ੀ ਖੇਤਰ 'ਚ ਚਲੇ ਜਾਓ, ਤੁਹਾਡੇ ਅੰਦਰ ਇੰਨਾ ਕੁਛ ਹੋ ਜਾਣਾ, ਤੁਹਾਨੂੰ ਸਾਰਾ ਸੱਚ ਝੂਠ ਪਤਾ ਲੱਗਣ ਲੱਗ ਜਾਣਾ। ਜੇ ਗੁਰਬਾਣੀ ਨਾਲ ਨਾ ਜੁੜੇ, ਫਿਰ ਆ ਜਿਹੜਾ, ਫਿਰ ਭੀਖ ਮੰਗਣ ਵਾਲਾ ਕੰਮ ਹੀ ਰਹੂ ਭਾਈ। ਉਹ ਜਿਹੜਾ ਫੁੱਲਣਾ ਨਹੀਂ, ਭਾਵ ਅੰਦਰਲਾ ਜਿਹੜਾ ਵਿਕਾਸ ਨਹੀਂ। ਇੱਕ ਹੁੰਦਾ ਵਿਕਾਸ, ਇੱਕ ਹੁੰਦਾ ਵਿਗਾਸ। ਬਾਹਰਲਾ ਵਿਕਾਸ ਆ ਕੱਕੇ ਨਾਲ, ਤੇ ਅੰਦਰਲਾ ਗੱਗੇ ਨਾਲ ਵਿਕਾਸ ਆ।
ਹੁਣ ਜੇ ਗੁਰੂ ਨਾਲ ਜੁੜ ਗਏ ਤਾਂ ਵਿਕਾਸ ਹੋਊਗਾ, ਜੇ ਬਾਰ-ਬਾਰ ਆ ਫਿਰ ਵਿਕਾਸ ਆ। ਅੰਦਰੋਂ ਮੁਰਝਾਇਆ ਰਹੂ ਬੰਦਾ, ਬਾਹਰ ਬਹੁਤ ਕੁਝ ਹੋਊ। ਬਹੁਤ ਕੁਝ ਹੁੰਦੇ ਹੋਏ ਵੀ ਅੰਦਰੋਂ ਸੜਿਆ ਮੱਚਿਆ ਰਹੂ, ਅੰਦਰੋਂ ਬੁਝਿਆ ਰਹੂ, ਕਮਲ ਫੁੱਲ ਖਿੜਿਆ ਹੀ ਨਹੀਂ। ਤੇ ਦੂਜੇ ਪਾਸੇ ਕੁਛ ਵੀ ਨਾ ਹੁੰਦੇ ਹੋਏ ਖਿੜਿਆ ਰਹੂਗਾ। ਇੰਨਾ ਫਰਕ ਹੈ। ਆਹ ਗੁਰਬਾਣੀ ਦੀ ਕਰਾਮਾਤ, ਇਹ ਖੋਲ੍ਹ ਦਿੰਦੀ ਹੈ। ਫੁੱਲ ਬੰਦ ਆ ਸਾਡਾ, ਇਹ ਗਿਆਨ ਦੇ ਨਾਲ ਖੁੱਲ੍ਹਣਾ। ਇਹ ਜਿਵੇਂ ਜਿਵੇਂ ਗਿਆਨ ਲਈ ਜਾਵਾਂਗੇ ਉਵੇਂ ਇਹ ਐਂ ਖੁੱਲ੍ਹਦਾ ਜਾਣਾ, ਉਵੇਂ ਉਵੇਂ ਕੂੜ ਦੀ ਪਾਲ ਆ ਜਿਹੜੀ ਟੁੱਟਦੀ ਜਾਣੀ ਹੈ। ਇਹ ਹੋ ਸਕਦਾ ਭਾਈ ਥਲ ਤੋਂ ਸਮੁੰਦਰ ਬਹਿ ਸਕਦਾ, ਭਾਣੈ ਥਲ ਸਿਰ ਸਰਬਾ ਹੈ, ਕਮਲ ਫੁੱਲੈ ਆਕਾਸ਼ ਜੀਓ। ਭਾਣੈ ਭਵਜਲ ਲੰਘੀਐ, ਭਾਣੈ ਮਜ ਪਰਿਆਸ ਜੀਓ। ਭਾਣੈ ਹੁਕਮ, ਭਾਣੇ ਦਾ ਅਰਥ ਲੈਣਾ ਹੁਕਮ। ਉਹਦੇ ਹੁਕਮ ਦੇ ਵਿੱਚ ਹੀ ਭਵਜਲ ਲੰਘੀ ਹੈ। ਉਹਦਾ ਹੁਕਮ ਆ, ਸਾਨੂੰ ਹੁਕਮ ਕੀਤਾ ਹੋਇਆ ਕਿਹਨੇ? 10ਵੇਂ ਪਾਤਸ਼ਾਹ ਜੀ ਨੇ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ। ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਲੇਹ। ਸ਼ਬਦ ਨਾਲ ਜੁੜਨਾ, ਗੁਰੂ ਨਾਲ ਜੁੜਨਾ, ਗੁਰਬਾਣੀ ਨਾਲ ਜੁੜਨਾ, ਇਹ ਸਾਡੇ ਕੋਲ ਭੰਡਾਰਾ ਗਿਆਨ ਦਾ ਜਿਹੜਾ ਹੈ ਭੰਡਾਰ ਆ। ਜੇ ਨਾ ਜੁੜੇ ਫਿਰ ਭਾਈ ਰਹਿ ਜਾਵਾਂਗੇ। ਭਾਣੈ ਭਵਜਲ ਲੰਘੀ ਹੈ, ਜੇ ਤਾਂ ਗੁਰੂ ਨਾਲ ਜੁੜ ਗਏ ਫਿਰ ਤਾਂ ਸਾਰੇ ਡਰਾਂ ਦਾ ਸਮੁੰਦਰ ਕਿੱਥੇ ਆ? ਕਿਹੜੇ ਸਮੁੰਦਰ 'ਚ ਦੀ ਲੰਘਣਾ? ਸਾਡੇ ਅੰਦਰ ਆ ਸਮੁੰਦਰ। ਅਸੀਂ ਸੰਸਿਆਂ ਦੇ ਵਿੱਚ ਆ। ਸੰਸਾਰ ਦਾ ਮਤਲਬ ਕੀ ਹੈ? ਸੰਸਾਰ ਦਾ ਮਤਲਬ ਹੈ ਵਿਚਾਲੇ ਰੋਕ ਆ, ਨਦੀ ਚੱਲ ਰਹੀ ਹੈ, ਮੈਂ ਉਰਲੇ ਪਾਸੇ ਆ, ਮੇਰਾ ਪ੍ਰਮਾਤਮਾ ਪਰਲੇ ਪਾਸੇ ਆ। ਮੈਂ ਸੰਸਾਰ ਦੇ ਵਿੱਚ ਆ, ਸੰਸਿਆਂ ਦੇ ਵਿੱਚ ਆ, ਵਹਿਮਾਂ ਦੇ ਵਿੱਚ ਆ, ਤੌਖਲਿਆਂ ਦੇ ਵਿੱਚ ਆ, ਤਿੰਨਾਂ ਗੁਣਾਂ ਦੇ ਵਿੱਚ ਆ। ਪੈਰ ਪੈਰ 'ਤੇ ਡਰ ਲੱਗਦਾ, ਪੈਰ ਪੈਰ 'ਤੇ ਡਰ ਲੱਗਦਾ। ਮਨ ਐਂ ਕਰੀ ਜਾਂਦਾ, ਘਾਉ ਮਾਊ ਕਰੀ ਜਾਂਦਾ, ਪਤਾ ਨਹੀਂ ਕੀ ਹੋਊ, ਪਤਾ ਨਹੀਂ ਕੀ ਹੋਊ। ਇਸ ਤਰ੍ਹਾਂ ਇਹ ਭਾਵ ਜਲ ਬਣ ਗਿਆ। ਇਹ ਤੋਂ ਪਾਰ ਹੋ ਜਾਣਾ, ਚੌਥੀ ਅਵਸਥਾ 'ਚ ਪਹੁੰਚ ਜਾਣਾ, ਸੰਸਾਰ ਤੋਂ ਪਾਰ ਹੋ ਜਾਣਾ। ਇਹ ਹੋਰ ਬਾਕੀ ਦੇ ਬਾਹਰਲੀਆਂ ਗੱਲਾਂ ਨਹੀਂ। ਬਾਹਰਲੇ ਸੰਸਾਰ ਤੋਂ ਪਾਰ ਕਿਵੇਂ ਹੋਵਾਂਗੇ? ਅੰਦਰਲੇ ਸੰਸਾਰ ਤੋਂ ਸੰਸਿਆਂ ਦਾ ਮੇਰੇ ਮਨ ਨੇ ਇੱਕ ਸੰਸਾਰ ਬਣਾਇਆ ਹੋਇਆ ਝੂਠਾ, ਸ਼ੇਖ ਚਿੱਲੀ ਵਾਲਾ। ਮੈਂ ਧਰਮੀ ਆ, ਮੈਂ ਆਏ ਆ, ਮੈਂ ਬਹੁਤ ਆ, ਮੈਂ ਫਲਾਨਾ, ਮੈਂ ਆਪਣੇ ਆਪ ਨੂੰ ਹੀ ਸੈਟਿਸਫਾਈ ਕਰੀ ਜਾਂਦਾ ਬੰਦਾ। ਮਨ ਸਾਨੂੰ ਕੁਛ ਕਰਨ ਹੀ ਨਹੀਂ ਦਿੰਦਾ। ਤੂੰ ਤਾਂ ਠੀਕ ਆ, ਤੂੰ ਤਾਂ, ਕਿਉਂਕਿ ਗੁਰੂ ਦੇ ਵਚਨ ਜੇ ਸੁਣਾਂਗੇ ਫਿਰ ਪਤਾ ਲੱਗਣਾ ਵੀ ਮੈਂ ਠੀਕ ਆ ਕਿ ਮੈਂ ਗਲਤ ਆ। ਇਹ ਮਨ ਦੀ ਬੇਈਮਾਨੀ ਆ ਸਾਡੇ ਦੀ। ਇਹ ਮਨ 'ਤੇ ਕਾਬੂ ਕਰਨਾ, ਮਨ ਨੂੰ ਕਾਬੂ ਕਰਨਾ ਹੀ ਸਭ ਤੋਂ ਵੱਡੀ ਗੱਲ ਆ। ਮਨ ਦੀ ਹੀ ਸਾਰੀ ਗੱਲ ਗੁਰਬਾਣੀ ਕਰਦੀ ਹੈ। ਜੇ ਮਨ ਜੀਤੇ ਜਗ ਜੀਤ, ਜਗ ਜਿੱਤ ਲਿਆ ਸਮਝ ਲਓ। ਭਾਣੈ ਭਵਜਲ ਲੰਘੀ ਹੈ, ਜਿਹੜੇ ਹੁਕਮ ਦੇ ਵਿੱਚ ਆ ਜਾਂਦੇ ਆ, ਜਿਹੜੇ ਗੁਰੂ ਨਾਲ ਜੁੜ ਜਾਂਦੇ ਆ, ਉਹ ਨਿਰਭਉ ਤੇ ਨਿਰੰਕਾਰ ਹੋ ਜਾਂਦੇ। ਨਿਰਭਉ ਨਿਰੰਕਾਰ ਨਾਲ ਜੁੜ ਜਾਂਦੇ ਆ, ਉਹ ਨਿਰਭਉ ਤੇ ਨਿਰਵੈਰ ਹੋ ਜਾਂਦੇ ਆ। ਉਹ ਜਿਹੜੇ ਨਿਰਭਉ ਗੁਰੂ ਨਾਲ ਜੁੜ ਜਾਂਦੇ ਆ, ਉਹ ਭਵਜਲ ਲੰਘ ਜਾਂਦੇ ਆ। ਭਾਣੈ ਭਵਜਲ ਲੰਘੀ ਹੈ, ਭਾਣੈ ਮੰਜ ਪਰਿਆਸ ਜੀਓ। ਇਹ ਵੀ ਉਹਦਾ ਭਾਣਾ ਹੀ ਆ, ਜੇ ਗੁਰੂ ਨਾਲ ਜੁੜ ਜਾਏਗਾ। ਦੇਖੋ ਹੁਣ ਇਹ ਹੋ ਗਿਆ, ਇੱਥੇ ਕਿਹਾ ਜਾਂਦਾ ਵੀ ਗਿਆਨ ਆ ਜਿਹੜਾ ਇਹ ਦਿੱਤਾ ਨਹੀਂ ਜਾ ਸਕਦਾ, ਲਿਆ ਜਾ ਸਕਦਾ। ਹੁਣ ਜੇ ਤਾਂ ਕਿਸੇ ਨੇ ਸੁਣ ਲਿਆ, ਸਮਝ ਲਿਆ, ਉਹ ਤਾਂ ਇੱਧਰਲੇ ਪਾਸੇ ਨੂੰ ਚੱਲ ਪੂ, ਭਵਜਲ ਲੰਘਣ ਵਾਲੇ ਪਾਸੇ ਨੂੰ ਚੱਲ ਪੂ। ਤੇ ਜੇ ਸੁਣ ਕੇ ਅਸਰ ਨਾ ਕੀਤਾ, ਛੱਡਤਾ, ਭਾਣੈ ਮੰਜ ਪਰਿਆਸ ਜੀਓ। ਹੁਣ ਹੈ ਉਹਦੇ ਭਾਣੇ ਦੇ ਵਿੱਚ ਹੀ, ਤੇ ਹੁਣ ਇਹ ਦੁੱਖਾਂ ਦੇ ਸਮੁੰਦਰ ਦੇ ਵਿੱਚ, ਭਵਜਲ ਦੇ ਵਿੱਚ ਭਰਿਆ ਗਿਆ, ਫਸ ਗਿਆ। ਭਾਣੈ ਸੋ ਸੋ ਰੰਗਲਾ, ਸਿਫਤ ਰਤਾ ਗੁਣ ਤਾਸ ਜੀਓ। ਉਹਦੇ ਹੁਕਮ ਦੇ ਵਿੱਚ ਹੀ, ਭਾਣੇ ਦੇ ਵਿੱਚ ਹੀ ਆ ਕੇ, ਗੁਰੂ ਨਾਲ ਜੁੜ ਕੇ, ਗੁਰਬਾਣੀ ਨਾਲ ਜੁੜ ਕੇ ਹੀ ਇਹ ਸਾਰੀਆਂ ਗੱਲਾਂ ਹੋਣੀਆਂ, ਅੰਦਰ ਦੀ ਸਮਝ ਲੱਗਣੀਆਂ। ਆਤਮਿਕ ਗਿਆਨ ਆ ਇਹ। ਭਾਣੈ ਸੋ ਸੋ ਰੰਗਲਾ, ਉਹ ਸੋ ਪ੍ਰਮਾਤਮਾ ਪਤੀ ਪਰਮੇਸ਼ਰ ਬੜਾ ਰੰਗਲਾ, ਬੜੇ ਰੰਗ ਵਾਲਾ, ਬੜਾ ਵਧੀਆ। ਜੇ ਇੱਕ ਵਾਰੀ ਸਿੱਧੇ ਰਸਤੇ ਨੂੰ ਗੱਲ ਕਰੋ, ਰਸਤਾ ਹੀ ਨਹੀਂ ਲੱਭਦਾ। ਜਿੱਦਾਂ ਗੁਰਬਾਣੀ ਦੀ ਸਮਝ ਲੱਗਣ ਲੱਗੀ ਨਾ, ਬਸ ਕੋਸ਼ਿਸ਼ ਕਰ ਲਓ, ਕੇਰਾ ਮੁੜ ਕੇ ਛੱਡ ਨਹੀਂ ਹੋਣੀ। ਇਹ ਮੇਰਾ ਵਾਅਦਾ,
ਮੁੜ ਕੇ ਇੰਨੇ ਰੰਗ ਲੱਗ ਜਾਣੇ ਆ, ਇੰਨਾ ਸਵਾਦ ਆਉਣਾ, ਇੰਨਾ ਆਨੰਦ ਆਉਣਾ ਨਾ, ਜਿੱਥੇ ਮਰਜੀ। ਅੱਜ ਕੱਲ੍ਹ ਤਾਂ ਫੋਨ ਦੇ ਵਿੱਚ ਵੀ ਆ, ਫੋਨ 'ਚੋਂ ਕੱਢ ਕੇ ਬਹਿ ਜਾਓ, ਰੰਗ ਲੱਗ ਜਾਣੇ ਆ। ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮਹਿ, ਸੋ ਕਹੀਅਤ ਹੈ ਸੂਰਾ। ਬਾਹਰਲੀਆਂ ਲੜਾਈਆਂ ਪੜ੍ਹਾਈਆਂ ਵਾਲੇ ਨੂੰ ਸੂਰਮਾ ਨਹੀਂ ਕਿਹਾ। ਇੱਥੇ ਜਿਹਨੂੰ ਹਰੀ ਦਾ ਰੰਗ ਲੱਗ ਗਿਆ, ਉਹ ਆਪਣੇ ਵਿਕਾਰਾਂ ਨਾਲ ਲੜਦਾ, ਉਹ ਆਪਣੇ ਆਪ ਨਾਲ ਲੜਦਾ, ਆਪਣੀਆਂ ਬੁਰਾਈਆਂ ਨਾਲ ਲੜਦਾ, ਜਿਹਨੂੰ ਇਹ ਰੰਗ ਚੜ੍ਹ ਜਾਂਦਾ। ਸਿਫਤ ਰਤਾ ਗੁਣ ਤਾਸ ਜੀਓ, ਉਹ ਪਰਮਾਤਮਾ ਵਾਹਿਗੁਰੂ ਦੀਆਂ ਸਿਫਤਾਂ ਦੇ ਵਿੱਚ ਰੰਗਿਆ ਜਾਂਦਾ। ਗੁਣ ਤਾਸ ਹੁੰਦਾ ਗੁਣਾਂ ਦੇ ਖਜ਼ਾਨੇ ਨੂੰ, ਜਿਹੜੀਆਂ ਸਿਫਤਾਂ ਕਰਦਾ ਕਰਦਾ ਉਹਦੇ ਗੁਣਾਂ ਨੂੰ ਵਿਚਾਰਦਾ ਵਿਚਾਰਦਾ ਉਹ ਆਪ ਗੁਣੀ ਹੋ ਜਾਂਦਾ। ਜਿਹੜਾ ਗੁਰਬਾਣੀ ਨਾਲ ਜੁੜ ਜਾਂਦਾ ਉਹਨੂੰ ਫਾਇਦਾ ਹੋ ਜਾਂਦਾ, ਉਹਦੇ ਅੰਦਰ ਗਿਆਨ ਆ ਜਾਂਦਾ, ਉਹਦੇ ਅੰਦਰ ਔਗਣ ਜਿਹੜੇ ਆ ਉਹ ਖਤਮ ਹੋਣੇ ਸ਼ੁਰੂ ਹੋ ਜਾਂਦੇ ਆ, ਜਿਹੜੇ ਗੁਣ ਆ ਉਹ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਆ। ਨਾਨਕ ਨਿਰਗੁਣ ਗੁਣ ਕਰੇ। ਤੇ ਫਿਰ ਆਇਮ ਨਾ ਕਹਿ ਦਿਓ ਵੀ ਬਹੁਤ ਗੁਣ ਹੋ ਗਏ, ਹੁਣ ਬਸ ਕਰੀਏ। ਮਹਾਰਾਜ ਕਹਿੰਦੇ ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਗੁਣਾਂ ਵਾਲਿਆਂ ਨੂੰ ਹੋਰ ਗੁਣ ਪ੍ਰਾਪਤ ਹੋਈ ਜਾਂਦੇ ਆ, ਹੋਰ ਹੋਈ ਜਾਂਦੇ ਆ। ਇਹ ਇਸ ਤਰ੍ਹਾਂ ਬੈਠ ਕੇ ਵਿਚਾਰਨ ਦੇ ਨਾਲ ਸਾਡੇ ਅੰਦਰ ਆਨੰਦ ਚੜ੍ਹਦਾ ਜਾਂਦਾ, ਆਨੰਦ ਚੜ੍ਹਦਾ ਜਾਂਦਾ। ਆਤਮਿਕ ਪੜ੍ਹਾਈ ਸਾਡੀ ਆਤਮਿਕ ਸੋਧਾਂ ਹੋਈ ਜਾਂਦੀਆਂ, ਆਤਮਿਕ ਇਸ਼ਨਾਨ ਹੋਈ ਜਾਂਦਾ। ਗੁਣਾਂ ਤੋਂ ਸਾਡਾ ਖਹਿੜਾ ਛੁੱਟਦਾ, ਮਨਮੁਖਤਾ ਦੀ ਅਵਸਥਾ ਤੋਂ ਅਸੀਂ ਦੂਰ ਹੋ ਜਾਂਦੇ ਹਾਂ ਤੇ ਗੁਰਮੁਖ ਬਣਨ ਵੱਲ ਨੂੰ ਚੱਲ ਪੈਂਦੇ ਹਾਂ। ਭਾਣੈ ਸੋ ਪੀਹਾ ਬਲਾ, ਹਉ ਆਵਣ ਜਾਣ ਮੁਈ ਆਸ ਜੀਓ। ਤੇ ਜਿਹੜੇ ਤਾਂ ਭਾਈ ਹੁਕਮ ਦੇ ਵਿੱਚ ਆ ਗਏ, ਗੁਰੂ ਦੇ ਨਾਲ ਜੁੜ ਗਏ, ਉਹ ਤਾਂ ਗੁਣਾਂ ਦੇ ਖਜ਼ਾਨੇ ਬਣ ਗਏ ਤੇ ਉਹਨਾਂ ਦੀ ਆਤਮਾ ਪ੍ਰਮਾਤਮਾ ਦੇ ਨਾਲ ਜੁੜ ਗਈ। ਉਹਦਾ ਬਾਅਦ ਦੇ ਵਿੱਚ ਭਾਵੇਂ ਪਾਠ ਬਣਾ ਕਰਾਇਓ, ਭਾਵੇਂ ਭੋਗ ਬਣਾ ਪਾਇਓ, ਤਾਂ ਵੀ ਕੋਈ ਗੱਲ ਨਹੀਂ, ਕਿਉਂਕਿ ਜਿਹੜਾ ਕੰਮ ਸੀ ਉਹ ਤਾਂ ਹੋ ਗਿਆ। ਆਤਮਾ ਤੇ ਪ੍ਰਮਾਤਮਾ ਦਾ ਮਿਲਾਪ ਹੋ ਗਿਆ। ਜਿਹੜਾ ਬਾਅਦ ਦਾ ਕੰਮ ਆ, ਕਾਰਜ ਆ, ਉਹ ਤਾਂ ਬਾਅਦ 'ਚ ਹੀ ਹੈ। ਅਤੇ ਜੇ ਗੁਰੂ ਨਾਲ ਨਾ ਜੁੜੇ, ਜੇ ਤਾਂ ਜੁੜ ਗਏ ਫਿਰ ਤਾਂ ਇਹ ਕਾਰਜ ਹੋ ਗਿਆ, ਜਿਉਂਦੇ ਹੀ ਦੇਵਤੇ ਬਣ ਗਏ ਅਤੇ ਜਿਉਂਦੇ ਹੀ ਮੁਕਤ ਹੋ ਗਏ। ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੈ ਕੋਇਲਾ। ਕੋਈ ਮੁਕਤੀ ਦੀ ਲੋੜ ਨਹੀਂ, ਕਾਸੇ ਦੀ ਲੋੜ ਨਹੀਂ ਹੈ, ਜਦੋਂ ਆਨੰਦ ਆ ਗਿਆ ਅੰਦਰੋਂ, ਜਿਹੜਾ ਗੁਰਬਾਣੀ ਨਾਲ ਜੁੜ ਗਿਆ। ਅਤੇ ਜੇ ਨਾ ਜੁੜੇ, ਭਾਣੈ ਸੋ ਪੀਹਾ ਬਲਾ, ਫਿਰ ਉਹ ਮਾਲਕ ਆ ਜਿਹੜਾ, ਜਦੋਂ ਤਾਂ ਭਾਗੇ ਉਹਨੂੰ ਉਹਦੇ ਮੁਤਾਬਕ ਹੋ ਗਏ, ਫਿਰ ਤਾਂ ਉਹਦਾ ਮਿਲਦਾ ਪਿਆਰ। ਅਤੇ ਜਦੋਂ ਚੱਲਦੇ ਆ ਉਹਦੇ ਉਲਟ, ਫਿਰ ਮਿਲਦੀਆਂ ਝਿੜਕਾਂ, ਫਿਰ ਮਿਲਦੀਆਂ ਗਾਲਾਂ, ਫਿਰ ਉਹਦਾ ਗੁੱਸੇ ਵਾਲਾ ਪੀਹਾਵਲਾ ਰੂਪ ਹੋ ਜਾਂਦਾ। ਇਹ ਮਨੁੱਖ ਦੇ ਆਪ ਦੇ ਸਿਰ 'ਤੇ ਆ। ਰੱਬ ਨੂੰ ਖੁਸ਼ ਕਰਨਾ, ਅੰਦਰਲੀਆਂ ਗੱਲਾਂ ਆਪ ਸਮਝ ਕੇ ਕੀਤਾ ਜਾ ਸਕਦਾ ਹੈ। ਜੇ ਤਾਂ ਉਹਦੇ ਮੁਤਾਬਕ ਚੱਲ ਪਿਆ, ਫਿਰ ਤਾਂ ਸ਼ੌ ਨਹੀਂ, ਮਾਲਕ ਹੀ ਕਹਿ ਲਓ। ਆਪਾਂ ਫੈਕਟਰੀ 'ਚ ਮੰਨ ਲਓ ਕੰਮ ਕਰਦੇ ਹਾਂ, ਜੇ ਤਾਂ ਅੰਨੇ ਕੱਢਦੇ ਹਾਂ ਉਹਦੇ ਫੈਕਟਰੀ ਦੇ ਮਾਲਕ ਨਹੀਂ, ਨਾਲੇ ਤਾਂ ਮਤਲਬ ਉੱਥੋਂ ਪੈਸੇ ਲੈਂਦੇ ਆ, ਨਾਲੇ ਤਾਂ ਨੌਕਰੀ ਕਰਦੇ ਆ, ਨਾਲੇ ਉਹਦੇ ਨਹੀਂ ਅੰਨੇ ਕੱਢਦੇ ਆ, ਨਾਲੇ ਉਹਦੇ ਆਖੇ ਨਹੀਂ ਲੱਗਦੇ, ਫਿਰ ਉਹ ਮਾਲਕ ਖੁਸ਼ ਹੋ ਜਾਊਗਾ? ਨਹੀਂ ਹੋ ਸਕਦਾ। ਅਗਰ ਮਾਲਕ ਦੇ ਮੁਤਾਬਕ ਚੱਲਦੇ ਆ ਤਾਂ ਖੁਸ਼ੀਆਂ, ਹੋ ਸਕਦਾ ਉਹ ਗਿਫਟ ਵੀ ਦੇ ਦੇਵੇ, ਕੀ ਕੁਛ ਕਿੰਨੀਆਂ ਤਰੱਕੀਆਂ ਵੀ ਦੇ ਦੇਵੇ। ਇਸੇ ਤਰ੍ਹਾਂ ਅੰਦਰ ਆ ਭਾਈ, ਜੇ ਤਾਂ ਗੁਰੂ ਦੇ ਮੁਤਾਬਕ ਚੱਲ ਪਾਂਗੇ ਤਾਂ ਬਹੁਤ ਕੁਝ ਪ੍ਰਾਪਤ ਹੋ ਜੂ, ਨਹੀਂ ਤਾਂ ਸ਼ੋ ਪੀਹਾਵਲਾ ਹਉ ਆਵਣ ਜਾਣ ਮੁਈ ਆਸ ਜੀਓ। ਮੈਂ ਅੰਦਰੋਂ ਆਤਮਿਕ ਮੌਤ ਹੋ ਜਾਂਦੀ ਹੈ। ਗੁਰੂ ਆਖਾਂ ਜੀਵਾਂ ਬਿਸਰੈ ਮਰ ਜਾਓ। ਜੇ ਤਾਂ ਗੁਰੂ ਨਾਲ ਜੁੜ ਗਿਆ ਫਿਰ ਤਾਂ ਫੁੱਲ ਖਿੜ ਗਿਆ, ਫਿਰ ਤਾਂ ਅੰਦਰੋਂ ਜਗ ਪਿਆ, ਜਗਣ ਦੀ ਅਵਸਥਾ ਦੇ ਵਿੱਚ ਹੋ ਗਿਆ, ਖਿੜ ਗਿਆ, ਨਹੀਂ ਮੁਰਝਾ ਗਿਆ, ਆਤਮਿਕ ਮੌਤ ਹੋ ਗਈ। ਅਤੇ ਹੁਣ ਕੀ ਹੋਏਗਾ? ਹੁਣ ਇਹ ਜੂਨਾਂ ਦੇ ਵਿੱਚ ਜਿਉਂਦਾ ਹੀ ਸਾਰੀ ਉਮਰ 'ਚ ਉਤਰਾ ਚੜਾ, ਕਬੂ ਜੀੜਾ ਉਬ ਚੜ੍ਹਤਾ ਕਬੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤਾ ਚਾਰੇ ਕੁੰਟਾਂ ਭਾਲੇ। ਹੁਣੇ ਹੀ ਪੈ ਗਿਆ ਤੇ ਸਥੂਲ ਹੋ ਕੇ ਤਾਂ ਫਿਰ ਪੈਣਾ ਹੀ ਪੈਣਾ। ਜਿਹੜਾ ਹੁਣੇ ਹੀ ਕੱਟਿਆ ਗਿਆ ਉਹਨੂੰ ਕੋਈ ਲੋੜ ਹੀ ਨਹੀਂ। ਜਿਹੜਾ ਵਧੀਆ ਪੜ੍ਹ ਲਿਆ, ਜਿਹਨੂੰ ਪਤਾ ਮੈਂ ਪੇਪਰ ਬਹੁਤ ਸੋਹਣਾ ਕਰ ਲਿਆ, ਉਹਨੂੰ ਸਿਫਾਰਿਸ਼ਾਂ ਦੀ ਲੋੜ ਨਹੀਂ ਹੁੰਦੀ ਗੁਰਮੁਖ ਪਿਆਰਿਓ। ਉਹਨੂੰ ਪਤਾ, ਖੁਦ ਕੌਨਫੀਡੈਂਸ ਹੁੰਦਾ ਆਪਣੇ ਆਪ 'ਤੇ, ਹਾਂ ਮੇਰਾ ਪੇਪਰ ਵਧੀਆ। ਜਿਹੜਾ ਗੁਰੂ ਨਾਲ ਜੁੜ ਗਿਆ ਉਹਨੂੰ ਖੁਦ ਦਾ ਪਤਾ ਲੱਗ ਜਾਣਾ। ਅਤੇ ਨਹੀਂ ਤਾਂ ਫਿਰ ਆਉਣ ਜਾਣ ਜਿਹੜਾ ਬਣਿਆ ਰਹਿੰਦਾ, ਕਦੇ ਮਰ ਗਿਆ ਕਦੇ ਜੰਮ ਗਿਆ। ਕਿਉਂਕਿ ਕਾਰਜ ਜਿਹੜਾ ਕਰਨ ਆਇਆ ਮਨੁੱਖ ਉਹ ਹੁੰਦਾ ਨਹੀਂ। ਅਸਲ ਕਾਰਜ ਤਾਂ ਉਹੀ ਹੈ ਨਾ, ਪਰਮਾਤਮਾ ਨਾਲ ਮਿਲਾਪ। ਭਈ ਪ੍ਰਾਪਤ ਮਾਨਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਦ ਭਰੀਆ। ਇਹ ਬਾਰੀ ਸੀ, ਇਹ ਗੋਬਿੰਦ ਕਿੱਥੇ ਆ? ਗੋਬਿੰਦ ਅੰਦਰ ਹੀ ਆ ਭਾਈ। ਤੂੰ ਸ਼ੋਹ ਅਗਮ ਅਤੋਲਬਾ, ਹਉ ਕਹਿ ਟੈ ਪਈ ਆਸ ਜੀਓ।
ਤੂੰ ਸ਼ੋ। हे पति, हे परमात्मा वाहिगुरु अकाल पुरख सच्चे पातशाह, तू शो, तू मेरा मालक है। अगम, मैं तेरे तक गमता नहीं कर सकदा, मेरी पहुँच नहीं। तू उपर आ, मैं थल्ले वाली मंजिल ते खड़ा तैनू पुकार रहा। मेरी हिम्मत नहीं कि उपर आ जा, मेरे च ताकत नहीं। मैनू जेड़े आह बिल्डिंगां दे संतरी मंतरी खड़े आ आउण नहीं दिंदे, ये रोकदे आ, कहंदे चल पिछे, तू कौन आ? हाँ हुण जे तू आवाज़ मार दवें, जे तू कह दवें भी हो फलाना बंदा खड़ा उहनूं आउण दे, फिर कोई नहीं रोक सकदा। मेरी गमता नहीं हो सकती, मैं तैनू नहीं मिल सकदा, तू मैनू मिल। ऐं कह लईए मैं तो डिग पिया तेरे दर ते। तू शो अगम अतोल बा, तैनू तोलिया नहीं जा सकदा। किसे पुन्ना दे नाल, किसे काम करन दे नाल तैनू तोलिया नहीं जा सकदा। किसे पैसे धेले दे नाल, किसे कर्मकांड दे नाल तैनू तोलिया नहीं जा सकदा। तेरे अगे तां डिग्गिया जा सकदा। हों कह कह ढै पई आस जियो। मैं बथेरियां गल्लां करदा हुंदा सी, मैं गुरु नाल जुड़न तो बिना जदों बेअकल सी, मैं कहंदा सी ऐं रब नूं लै लूँ, मैं ऐं कर लूँ, मैं इधर दी पेचा पा लूँ, मैं इन्ने जप तप कर लूँ, इन्ने जल धारे कर लूँ। हुण बंद हो गया सारा कुछ। कह 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 के थक गया। ढै पई आस जियो, मैं तो ढह पिया, मैं तो डिग पिया, मैं कासे जोगा नहीं। क्या मांगू, क्या कह सुनी, बोल अज की लैण आया। बोल की मंगदा, गुरु महाराज कह रहे आ, बोल अज की चाहिदा तैनूं, अगे की कुछ मंगिया तूं, हुण तक तैनूं सारा कुछ मिलिया, अज बोल की मंगदा। हुण आ गई अकल मन नूं, मन डिग्गिया। कहंदे गुरु दे अगे की कह रहा, कहंदा क्या मंगू। हुण पता लग गया, जो उपजो सो बिनस है, परो आज कै काल। रहना तो मेरा शरीर भी नहीं, शरीर दे नाल जिहड़ियां कमाइयां कीतियां झूठियां पाप करके, वो अखीर वेले फिर आए सारा कुछ खड़ा हुंदा जदों लैके जांदे आ, फिर मनुੱਖਾਂ डडिया के झाकदा, क्योंकि वो बनाया होया सारा छुट जांदा। छुटना तो है ही है एक दिन, तो फिर वो पापां दा भार आ जिहड़ा मनुੱਖ वो लैके चलिया जांदा। ਜਿਹੜੇ गुरु नाल जुड़ जाते हैं उन्हां नूं पता लग जाता, जो तेरा भाणा, जो तू दिता, जो तू कर करा रहा, बस ठीक आ, धन आ। बस क्या मांगू, हुण मैं की मंगा, मैनूं पता लग गया मटीरियल वर्ल्ड रहन वाला नहीं है, मैं नहीं मंगदा। क्या मांगू, क्या कह सुनी, की हुण बार बार कह सुनी, हुण मैनूं तू होर मंग ला, तू ऐं कर ला, तू भुलिया की कह ते की सुनी। महाराज बस मैं तां डिग पिया, एक चीज़ ही है हुण। कहंदे की, वो दस दे। मैं दर्शन भूख प्यास जियो, मैनूं तां तुहाडे दर्शनां दी भुख ते प्यास पैदा होगी। काश साडे अंदर भी हो जावे, साडा बेदावा भी पाड़िया जावे। जिन्ना प्रोग्राम करन दा सारा कुछ दा ये तां ही फायदा जे साडे अंदर एक क्रियोसिटी पैदा हो जावे, कशिश पैदा हो जावे, कशिश तो बाद कोशिश बन जावे। कोशिश करनों वाले की कभी हार नहीं होती। कोशिश जिहड़े करदे आ उन्हां दा मिलाप हो जाता। ये अवस्थावां शुरुआत इत्थों होनी है जदों मन गुरु दे नाल जुड़ गया। हुण की कहंदा, कहंदा मैं दर्शन भूख प्यास जियो। हुण ये भी ध्यान रख लिओ भी दर्शन बाहरले नहीं, ये भी करने आ। देखो स्थूल शरीर आ, स्थूल शरीर ने स्थूल गुरु ग्रंथ साहब के दर्शन कर ले, बराबर हो गया ना। हुण अंदरले दर्शन जदों गुरु ने ज्ञान बोलना, वो मन ने ज्ञान लैना, उहदे नाल प्रकाश होना, उहनूं असल दर्शन कहंदे आ। नहीं तां बाणी दे विच इह कहा, सतगुर नो सब को देखदा, जेता जगत संसार, डिठे मुक्त ना होवई, जिचर शब्द ना करह विचार। शब्द दे विचों ज्ञान आउणा, ज्ञान का बद्धा मन रहे, गुरबिन ज्ञान ना होए, ये अवस्था बननी है भाई। ये सारा कुछ मटीरियल वर्ल्ड छड्ड के, शरीर की सुख शांति भी छड्ड के, ये भी चलिया जाना। मैनू पता बस इक्को ही गल रह गई, वो केड़ी, मैं दर्शन भूख प्यास जियो, जिहदियां सारियां मंगां मुक गईयां।
ਇੱਕੋ ਹੀ ਮੰਗ ਰਹਿ ਗਈ, ਕਿਵੇਂ ਨਾ ਪੂਰੀ ਹੋਊਗੀ ਮੈਨੂੰ ਐਂ ਦੱਸੋ। ਬਲਕਰ ਬਾਕੀ ਦੀਆਂ ਮੰਗਾਂ ਮੁੱਕ ਜਾਣ। ਗੁਰ ਸ਼ਬਦੀ ਸੋ ਪਾਇਆ, ਗੁਰ ਸ਼ਬਦੀ। ਹੁਣ ਤਾਂ ਮੈਂ ਅੱਗੇ ਕੀ ਮੰਗਦਾ ਸੀ, ਆਹ ਦੇ ਦੇ, ਉਹ ਦੇ ਦੇ, ਮੇਰੇ ਬੱਚੇ ਸੈੱਟ ਕਰ ਦੇ, ਮੇਰਾ ਸਰੀਰ ਠੀਕ ਕਰ ਦੇ, ਤੰਦਰੁਸਤੀ ਬਖਸ਼ ਦੇ, ਉਹ ਕਰ ਦੇ। ਇਹ ਸਾਰਾ ਕੁਝ ਖਤਮ ਤਿੰਨਾਂ ਗੁਣਾਂ ਦੇ ਵਿੱਚ ਸੀ। ਹੁਣ ਕੀ ਕਹਿੰਦਾ? ਹੁਣ ਕਹਿੰਦਾ ਮੈਨੂੰ ਗਿਆਨ ਦੇ ਦੇ, ਕਿਉਂ? ਅਕਲ ਦੇ ਦੇ, ਮੱਤ ਦੇ ਦੇ, ਤਾਂ ਕਿ ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਐ, ਤੇ ਅਕਲੀ ਕੀਚੈ ਦਾਨ। ਗੁਰ ਸ਼ਬਦੀ ਸੋ ਪਾਇਆ। ਜਿਹੜੇ ਭਾਈ ਇਸ ਤਰ੍ਹਾਂ ਗੁਰੂ ਦੇ ਨਾਲ ਜੁੜਦੇ ਆ ਕਿ ਹੇ ਗੁਰੂ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਕੀ ਕਹਿੰਦੇ ਆ? ਹਾਜ਼ਰ ਤੇ ਨਾਜ਼ਰ, ਹਾਜ਼ਰ ਨਾਜ਼ਰ ਸੱਚੇ ਪਾਤਸ਼ਾਹ ਕਹਿੰਦੇ ਆ ਨਾ। ਹਾਜ਼ਰ ਵੀ ਆ ਤੇ ਨਜ਼ਰ ਵੀ ਆ ਸਾਡੇ ਤੇ, ਸਾਡੇ ਅੰਦਰ ਦੀਆਂ ਜਾਣਦੇ ਵੀ ਆ ਵੀ ਅਸੀਂ ਕੀ ਲੈਣ ਆਏ ਆ, ਇਹ ਵੀ ਪਤਾ ਗੁਰੂ ਨੂੰ। ਤੇ ਜੋ ਅਸੀਂ ਲੈਣ ਆਏ ਆ ਉਹ ਫਿਰ ਦੇ ਦਿੰਦੇ ਆ। ਤੇ ਜਦੋਂ ਅਸੀਂ ਲੈਣੀ ਗਿਆਨ ਆਵਾਂਗੇ, ਲੈਣੀ ਅਕਲ ਆਵਾਂਗੇ, ਲੈਣੀ ਸ਼ਬਦ ਆਵਾਂਗੇ, ਲੈਣੀ ਨਾਮ ਆਵਾਂਗੇ, ਤਾਂ ਫਿਰ ਉਹ ਚੀਜ਼ ਮਿਲ ਜੂ ਭਾਈ। ਇਸ ਤਰ੍ਹਾਂ ਸਮਝਾਇਆ। ਗੁਰ ਸ਼ਬਦੀ ਸੋ ਪਾਇਆ। ਗੁਰੂ ਦੇ ਸ਼ਬਦ ਦੇ ਰਾਹੀਂ, ਗੁਰੂ ਦੇ ਗਿਆਨ ਦੇ ਰਾਹੀਂ, ਗੁਰੂ ਦੀ ਕਿਰਪਾ ਦੇ ਰਾਹੀਂ ਉਹ ਮਾਲਕ ਪਾਇਆ ਜਾ ਸਕਦਾ ਹੈ। ਸੱਚ, ਇਹ ਗੱਲ ਸੱਚੀ ਹੈ। ਸੱਚਾ ਮਾਲਕ ਪਾਇਆ ਜਾ ਸਕਦਾ ਹੈ। ਮੈਂ ਝੂਠੀ ਹਾਂ, ਮੈਂ ਝੂਠਾਂ ਤੇ ਰੱਬ ਆ ਸੱਚਾ। ਗੁਰੂ ਲੜ ਲੱਗਣਾ ਤਾਂ ਜ਼ਰੂਰੀ ਹੈ। ਗੁਰੂ ਨੇ ਝੂਠੇ ਤੋਂ ਸੱਚਾ ਕਰਕੇ ਫਿਰ ਸੱਚੇ ਨਾਲ ਮਿਲਾਪ ਹੋਣਾ, ਕਿਉਂਕਿ ਉਹਦੇ ਵਰਗਾ ਹੀ ਹੋਊ ਨਾ ਬਜਾਤੀ ਮੇਲ। ਜਿਵੇਂ ਹੁਣ ਮੰਨ ਲਓ ਦੁੱਧ 'ਚ ਦੁੱਧ ਰਲਾ ਦਈਏ, ਇਹ ਹੈਗਾ ਮਿਲਾਪ ਹੋ ਗਿਆ। ਹੁਣ ਜੇ ਕੋਈ ਕਹੇ ਡੈਰੀ 'ਚੋਂ ਮੇਰਾ ਦੁੱਧ ਕੱਢ ਕੇ ਦੇ, ਉਹ ਨਹੀਂ ਨਿਕਲ ਸਕਦਾ, ਉਹ ਮਿਲਾਪ ਹੋ ਗਿਆ, ਕਿਉਂਕਿ ਉਹ ਵੀ ਦੁੱਧ ਸੀ, ਉਹ ਵੀ ਦੁੱਧ ਸੀ। ਤੇ ਜੇ ਆਪਾਂ ਪਾਣੀ ਤੇ ਮੰਨ ਲਓ ਤੇਲ ਦਾ ਮਿਲਾਪ ਕਰਾ ਦਈਏ, ਤੇਲ ਅੱਡ ਰਹੂਗਾ, ਪਾਣੀ ਅੱਡ ਰਹੂਗਾ, ਉਹ ਮਿਲਾਪ ਨਹੀਂ ਹੋਇਆ। ਉਹਦੀ ਕੁਆਲਿਟੀ ਵੱਖਰੀ ਹੈ, ਉਹਦੀ ਵੱਖਰੀ ਹੈ। ਹੁਣ ਪਰਮਾਤਮਾ ਦਾ ਨਾਮ ਕੀ ਹੈ? ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤੇ ਬਾਣੀ ਕੀ ਹੈ? ਬਾਣੀ ਵੀ ਸੱਚ ਹੈ। ਸਾਰਾ ਕੁਝ ਸੱਚ ਹੀ ਸੱਚ ਹੈ। ਤੇ ਮੈਂ ਕੀ ਹੈ? ਮੈਂ ਝੂਠ ਹਾਂ। ਬਸ ਝੂਠ ਤੋਂ ਸੱਚ ਹੋਣਾ, ਮਨਮੁਖ ਤੋਂ ਗੁਰਮੁਖ ਬਣਨਾ, ਇਹ ਅਰਦਾਸ ਕਰਨੀ ਹੈ ਅੱਜ ਆਪਾਂ ਸਾਰਿਆਂ ਨੇ ਕਿ ਸਾਨੂੰ ਗਿਆਨ ਦੀ ਬਖਸ਼ਿਸ਼ ਕਰੋ ਜੀ, ਅਸੀਂ ਵੀ ਉਹ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈਏ। ਗੁਰ ਸ਼ਬਦੀ ਇਹੀ ਇੱਕੋ ਇੱਕ ਤਰੀਕਾ। ਗੁਰ ਸ਼ਬਦੀ ਸੋ ਪਾਇਆ, ਸੱਚ ਨਾਨਕ ਕੀ ਅਰਦਾਸ ਜੀਓ। ਇਹੀ ਅਰਦਾਸ ਆ ਗੁਰੂ ਨਾਨਕ ਬਾਬਾ ਜੀ ਨੇ ਕੀਤੀ, ਉਹ ਆਪਣੇ ਬੱਚਿਆਂ ਨੂੰ ਕਰਾ ਰਹੇ ਆ। ਆਪਾਂ ਕੀ ਆ? ਆਪਾਂ ਗੁਰੂ ਨਾਨਕ ਬਾਬਾ ਜੀ ਦੇ ਬੱਚੇ ਆ। ਅਸੀਂ ਉਹਨਾਂ ਦੇ ਪਿੱਛੇ ਖੜ ਕੇ, ਉਹਨਾਂ ਦਾ ਪੱਲਾ ਫੜ ਕੇ, ਉਹ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਹ ਅਰਦਾਸ ਬੇਨਤੀ ਕਰਨੀ ਹੈ ਕਿ ਮੈਨੂੰ ਅਕਲ ਦਿਓ, ਮੈਨੂੰ ਮੱਤ ਦਿਓ, ਮੈਨੂੰ ਨਾਮ ਦਿਓ, ਮੈਨੂੰ ਵਿਗਾਸ ਦਿਓ, ਮੈਨੂੰ ਗੁਣ ਦਿਓ, ਤਾਂ ਕਿ ਮੇਰਾ ਸੱਚੇ ਪ੍ਰਮਾਤਮਾ ਦੇ ਨਾਲ ਮਿਲਾਪ ਹੋ ਜਾਵੇ। ਸ਼ੁਰੂ ਕਿੱਥੋਂ ਹੁੰਦੀ ਹੈ ਬਾਣੀ? ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਤੇ ਜਿਹੜਾ ਤਾਂ ਗੁਰਬਾਣੀ ਨੂੰ ਸਮਝ ਗਿਆ, ਗੁਰਬਾਣੀ ਮੁਤਾਬਕ ਚੱਲ ਪਿਆ, ਉਹ ਹੁਕਮ 'ਚ ਆ। ਤੇ ਜਿਹੜਾ ਗੁਰਬਾਣੀ ਤੋਂ ਉਲਟਾ, ਉਹ ਹੁਕਮ ਤੋਂ ਬਾਹਰ ਆ, ਉਹ ਸੁੱਖ ਨਹੀਂ ਪ੍ਰਾਪਤ ਕਰ ਸਕਦਾ। ਸਾਰੇ ਪ੍ਰਮਾਤਮਾ ਦਾ ਹੁਕਮ ਹੀ ਗੁਰਬਾਣੀ ਦੇ ਵਿੱਚ ਸਮਝਾਇਆ ਗਿਆ। ਇਸ ਕਰਕੇ ਗੁਰਬਾਣੀ ਦੇ ਲੜ ਲੱਗਣਾ ਬਹੁਤ ਜ਼ਰੂਰੀ ਹੈ। ਮੇਰੀ ਹੱਥ ਜੋੜ ਕੇ ਤੇ ਗਲ 'ਚ ਪੱਲਾ ਪਾ ਕੇ, ਪਹਿਲਾਂ ਹੀ ਪਾਇਆ ਹੋਇਆ, ਚਲੋ ਬੇਨਤੀ ਆ ਵੀ ਆਪ ਵੀ ਗੁਰਬਾਣੀ ਦੇ ਨਾਲ ਜੁੜੋ ਤੇ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਦੇ ਨਾਲ ਜੋੜੋ। ਇਹ ਖਜ਼ਾਨੇ ਨੂੰ ਪੜ੍ਹੀਏ, ਸੁਣੀਏ, ਸਮਝੀਏ, ਕਿਤੇ ਇਹ ਢਕਿਆ ਦਾ ਢਕਿਆ ਹੀ ਨਾ ਰਹਿ ਜਾਵੇ। ਅਸੀਂ ਦੋਸ਼ੀ ਹੋਵਾਂਗੇ ਅਗਰ ਆਪ ਬਾਣੀ ਦੇ ਨਾਲ ਨਾ ਜੁੜੇ ਤੇ ਬੱਚਿਆਂ ਨੂੰ ਜੁੜਨ ਦਾ ਕੋਈ ਪ੍ਰਬੰਧ ਨਾ ਕੀਤਾ, ਤੇ ਅਸੀਂ ਦੋਸ਼ੀ ਹੋਵਾਂਗੇ, ਅਸੀਂ ਸਿੱਖ ਗੁਰੂ ਦੇ ਨਹੀਂ ਹੋਵਾਂਗੇ। ਜੇ ਇਹ ਕਾਰਜ ਕਰ ਲਾਂਗੇ, ਆਪ ਵੀ ਗੁਰਬਾਣੀ ਨਾਲ ਜੁੜੀਏ ਤੇ ਆਪਣੇ ਬੱਚਿਆਂ ਨੂੰ ਵੀ, ਹੋਰਾਂ ਨੂੰ ਵੀ ਜੋੜੀਏ। ਬਸ ਇੱਕੋ ਇੱਕ ਮਕਸਦ ਆ। ਹੋਈਆਂ ਭੁੱਲਾਂ, ਗਲਤੀਆਂ, ਕਮੀਆਂ ਦੀ ਮਾफ़ੀ ਬਖਸ਼ਣਾ ਜੀ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।